तेरे कवन कवन गुण कह कह गावां, तू साहिब गुणी निधाना। तुमरी महिमा बरन न सकूं, तू ठाकुर ऊंच भगवान। तुमरी महिमा बरन न सकूं, तू ठाकुर ऊंच भगवान। सतनाम वाहिगुरु जी। एक फिक्का ना गालाए, सबना मैं सच्चा धनी। हियाओ ना कही ठाहे, माणक सब अमोल वे। सबना मन माणक ठाहण, मूल मचांगवा। जे तो प्रियां दी सिक, हियाओ न ठाहे कहीदा। जे तो प्रियां दी सिक, हियाओ न ठाहे कहीदा। जुगो जुग अटल चवर छतर तख्त दे मालिक, हाजरा हजूर ਜ਼ਾਰਾ ਜ਼ਹੂਰ ਸ਼ਬਦ ਗੁਰੂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੇ ਸਤਸੰਗੀ ਜਨੋ, ਵਡਿਆਂ ਭਾਗਾਂ ਵਾਲੇ ਹੋ। ਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਇੱਕ ਵਾਰੀ ਫਿਰ ਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੇ ਚਰਨ ਸ਼ਰਨ ਵਿੱਚ ਜੁੜ ਬੈਠਣ ਦਾ ਇਹ ਪਾਵਨ ਸਮਾਂ ਬਖਸ਼ਿਸ਼ ਕੀਤਾ ਹੈ। ਰੱਬੀ ਬਾਣੀ ਦੀ ਪਾਵਨ ਵਿਚਾਰ ਜੋ ਪਿਛਲੇ ਦਿਨਾਂ ਤੋਂ ਆਰੰਭੀ ਹੈ, ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕ ਜਿਨ੍ਹਾਂ ਦੀ ਗਿਣਤੀ 130 ਹੈ ਔਰ 130 ਸ਼ਲੋਕਾਂ ਦੇ ਵਿੱਚ 112 ਸ਼ਲੋਕ ਬਾਬਾ ਫਰੀਦ ਸਾਹਿਬ ਜੀ ਦੇ ਨੇ, 18 ਸ਼ਲੋਕ ਗੁਰੂ ਪਾਤਸ਼ਾਹ ਜੀ ਦੇ ਨੇ। ਇਸ ਤਰ੍ਹਾਂ 130 ਸ਼ਲੋਕਾਂ ਦਾ ਵੇਰਵਾ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਅੰਦਰ। ਬਾਬਾ ਫਰੀਦ ਸਾਹਿਬ ਪੁਰਾਤਨ ਭਗਤ ਨੇ, ਜਿਨ੍ਹਾਂ ਦਾ ਆਮਦ 1173 ਦੀ ਹੈ ਔਰ 1265 ਤੱਕ ਉਹ ਸੰਸਾਰ ਦੇ ਵਿੱਚ ਹਯਾਤੀ ਕਰਕੇ ਸ਼ਰੀਰ ਕਰਕੇ ਵਿਚਰੇ ਨੇ। ਇਹ ਜੋ 2 ਸ਼ਲੋਕ ਆਪ ਜੀਆਂ ਨੇ ਸਰਵਣ ਕੀਤੇ ਨੇ, ਇਹ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚੋਂ ਸਭ ਤੋਂ ਅਖੀਰਲੇ ਸ਼ਲੋਕ ਨੇ ਇਸ ਪਾਵਨ ਬਾਣੀ ਦੇ ਵਿੱਚ। ਬਾਬਾ ਫਰੀਦ ਸਾਹਿਬ ਜੀ ਨੇ ਇਹਨਾਂ ਸ਼ਲੋਕਾਂ ਦੇ ਅੰਦਰ ਰਹਿਮਤ ਕੀਤੀ। ਆਖਣ ਲੱਗੇ, ਇੱਕ ਫਿੱਕਾ ਨਾ ਗਾਲਾਏ, ਕਿ ਇੱਕ ਵੀ ਫਿੱਕਾ ਬੋਲ ਗਾਲਾਏ ਤੂੰ ਪਾਓ ਨਾ ਬੋਲ। ਕਿਉਂਕਿ ਆਖਦੇ ਨੇ ਕਿ ਸਭਨਾ ਮੈਂ ਸੱਚਾ ਧਣੀ, ਸਾਰਿਆਂ ਦੇ ਅੰਦਰ ਉਹ ਸੱਚਾ ਪਰਮਾਤਮਾ ਵਾਹਿਗੁਰੂ ਨਿਵਾਸ ਕਰਦਾ ਹੈ। ਜੇ ਸਾਰੀ ਖਲਕਤ ਅੰਦਰ, ਸਾਰੇ ਜੀਵਾਂ ਅੰਦਰ ਨਿਰੰਕਾਰ ਪਰਮਾਤਮਾ ਦਾ ਵਾਸਾ ਹੈ, ਫਿਰ ਇਹ ਜਾਣ ਕੇ ਕਿਸੇ ਨੂੰ ਵੀ ਫਿੱਕੇ ਬੋਲ ਨਾ ਬੋਲ, ਮਾੜੇ ਬੋਲ ਨਾ ਬੋਲ, ਮੰਦੇ ਬੋਲ ਨਾ ਬੋਲ। ਹਿਆਉ ਨਾ ਕਹੀ ਠਾਏ ਦਾ, ਆਖਦੇ ਨੇ ਕਿ ਕਿਸੇ ਦਾ ਹਿਆਉ ਤੋਂ ਪਾਓ ਹਿਰਦਾ, ਕਹੀ ਠਾਏ ਕਹਿੰਦੇ ਕਿ ਕਿਸੇ ਦਾ ਹਿਰਦਾ ਨਾ ਢਾ। ਮਾਣਕ ਸਭ ਅਮੋਲ ਵੇ, ਇਹ ਸਾਰੇ ਹੀ ਮਨੁੱਖੀ ਸਰੀਰ, ਜਾਂ ਇੰਝ ਕਹਿ ਲਵਾਂ, ਜਦੋਂ ਅਸੀਂ ਬੇਅੰਤਤਾ ਦੇ ਨਾਲ ਜੁੜਦੇ ਹਾਂ, ਜਿਤਨੇ ਵੀ ਜੀਵ ਨੇ ਇਹ ਸਾਰੇ ਹੀ ਅਮੋਲਵੇ ਨੇ, ਸਾਰੇ ਹੀ ਅਮੋਲਕ ਨੇ। ਇਸ ਲਈ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਕਿਸੇ ਦਾ ਵੀ ਹਿਰਦਾ ਨਾ ਦੁਖਾ। ਅਗਲੇ ਸ਼ਲੋਕ ਅੰਦਰ ਹੀ ਬਾਬਾ ਫਰੀਦ ਸਾਹਿਬ ਨੇ ਰਹਿਮਤ ਕੀਤੀ। ਆਖਨੇ ਕਿ ਸਭਨਾ ਮੈਂ ਮਨ ਮਾਣਕ, ਸਾਰਿਆਂ ਦੇ ਮਨ ਦੇ ਅੰਦਰ ਹੀ ਪਰਮਾਤਮਾ ਨੇ ਉਸ ਮੋਤੀ ਨੂੰ ਟਿਕਾਇਆ ਹੋਇਆ ਹੈ, ਜਿਸ ਨੂੰ ਮਾਲਕ ਦੀ ਜੋਤ ਕਿਹਾ ਜਾਂਦਾ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਸਤਿਗੁਰ ਮਹਾਰਾਜ ਆਖਦੇ ਨੇ ਕਿ ਸਭਨਾ ਮਨ ਮਾਣਕ, ਸਾਰਿਆਂ ਦੇ ਮਨ ਦੇ ਅੰਦਰ ਉਸ ਪਰਮਾਤਮਾ ਦਾ ਹੀ ਮੋਤੀ ਹੈ। ਠਾਹਣ ਮੂਲ ਮਚਾਂਗਵਾ, ਠਾਹਣ ਤੋਂ ਭਾਵ ਢਾ ਦੇਣਾ, ਮੂਲ ਤੋਂ ਭਾਵ ਥੋੜਾ ਜਾਵੇ, ਮਚਾਂਗਵਾ ਤੋਂ ਭਾਵ ਹੈ ਚੰਗੀ ਗੱਲ ਨਹੀਂ।
ਕਿ ਕਿਸੇ ਦਾ ਹਿਰਦਾ ਦੁਖਾਣਾ ਇਹ ਕੋਈ ਚੰਗੀ ਬਾਤ ਨਹੀਂ, ਚੰਗੀ ਗੱਲ ਨਹੀਂ। ਜੇ ਤੂੰ ਪ੍ਰਿਆਂ ਦੀ ਸਿੱਖ, ਜੇ ਪ੍ਰਭੂ ਨੂੰ ਮਿਲਣ ਦੀ ਤੇਰੇ ਹਿਰਦੇ ਅੰਦਰ ਤਾਂਘ ਹੈ, ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਹੈ, ਹਿਆਉ ਨਾ ਠਾਹੇ ਕਹੀਦਾ ਫਿਰ ਕਿਸੇ ਦਾ ਹਿਰਦਾ ਨਾ ਦੁਖਾ। ਇਹਨਾਂ ਦੋਹਾਂ ਸ਼ਲੋਕਾਂ ਦਾ ਪ੍ਰਕਰਣ ਇੱਕੋ ਹੈ। ਬਾਬਾ ਫਰੀਦ ਸਾਹਿਬ ਨੇ ਆਖਿਆ, ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਨਾ, ਰੱਬ ਨੂੰ ਮਿਲਣ ਦੀ ਤੇਰੇ ਹਿਰਦੇ ਅੰਦਰ ਤਾਂਘ ਹੈ, ਫਿਰ ਕਿਸੇ ਨੂੰ ਫਿੱਕੇ ਬੋਲ ਨਾ ਬੋਲ। ਫਿੱਕੇ ਬੋਲ ਤੂੰ ਪਾਉਂਦਾ ਹੈ ਕਿ ਕਿਸੇ ਦਾ ਹਿਰਦਾ ਨਾ ਦੁਖਾ, ਕਿਸੇ ਨੂੰ ਮੰਦੇ ਬੋਲ ਨਾ ਬੋਲ। ਕਿਉਂਕਿ ਬੋਲਾਂ ਦਾ, ਬੋਲੇ ਹੋਏ ਬਚਨਾਂ ਦਾ ਪ੍ਰਭਾਵ ਮਨੁੱਖ ਦੇ ਉੱਪਰ ਔਰ ਸਾਰੀ ਜੀਵ ਖਲਕਤ ਦੇ ਉੱਪਰ ਪੈਂਦਾ ਹੈ। ਸਤਿਗੁਰ ਮਹਾਰਾਜ ਨੇ ਇਹਨਾਂ ਪਾਵਨ ਸ਼ਲੋਕਾਂ ਅੰਦਰ ਜੋ ਰਹਿਮਤ ਕੀਤੀ ਕਿ ਬੋਲਾਂ ਅੰਦਰ ਐਸੀ ਸ਼ਕਤੀ ਹੈ, ਬੋਲਾਂ ਦੇ ਅੰਦਰ ਇੱਕ ਐਸੀ ਤਾਕਤ ਹੈ ਕਿ ਬੋਲ ਜੁੜਿਆਂ ਹੋਇਆਂ ਨੂੰ ਤੋੜ ਵੀ ਦਿੰਦੇ ਨੇ, ਔਰ ਬੋਲਾਂ ਅੰਦਰ ਤਾਕਤ ਹੈ ਕਿ ਟੁੱਟਿਆਂ ਹੋਇਆਂ ਨੂੰ ਜੋੜ ਵੀ ਦਿੰਦੇ ਨੇ। ਇਸ ਲਈ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਫਿੱਕੇ ਬੋਲ ਨਾ ਬੋਲ, ਜਿਨ੍ਹਾਂ ਬੋਲਾਂ ਕਰਕੇ ਕਿਸੇ ਦਾ ਹਿਰਦਾ ਟਹਿ ਜਾਏ, ਕਿਸੇ ਦਾ ਦਿਲ ਦੁਖ ਜਾਏ। ਕਿਉਂਕਿ ਸਾਰਿਆਂ ਅੰਦਰ ਰੱਬ ਵਸਦਾ ਹੈ, ਹਰ ਇੱਕ ਹਿਰਦੇ ਅੰਦਰ ਮਾਲਕ ਦੀ ਜੋਤ ਹੈ। ਬੋਲਾਂ ਦੇ ਅੰਦਰ ਇਤਨੀ ਸ਼ਕਤੀ ਹੈ, ਇਤਨੀ ਤਾਕਤ ਹੈ ਕਿ ਜੁੜਿਆਂ ਹੋਇਆਂ ਨੂੰ ਤੋੜਨ ਦੀ ਤਾਕਤ ਰੱਖਦੇ ਨੇ ਇਹ ਬੋਲ, ਔਰ ਟੁੱਟਿਆਂ ਹੋਇਆਂ ਨੂੰ ਜੋੜਨ ਦੀ ਤਾਕਤ ਰੱਖਦੇ ਨੇ। ਇਹ ਬੋਲਾਂ ਅੰਦਰ ਇਤਨੀ ਤਾਕਤ ਹੈ ਕਿ ਇਹਨਾਂ ਬੋਲਾਂ ਦੇ ਰਾਹੀਂ ਹੀ ਵੀਰ ਰਸ ਪੈਦਾ ਹੋ ਜਾਂਦਾ ਹੈ। ਜਿਨ੍ਹਾਂ ਦੇ ਅੰਦਰ ਤਾਕਤ ਨਾ ਹੋਏ ਨਾ, ਇਹ ਬੋਲ ਹੀ ਕ੍ਰਾਂਤੀ ਲੈ ਕੇ ਆ ਜਾਂਦੇ ਨੇ। ਦੇਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਅਕਾਲ ਬੁੰਗੇ ਦੇ ਉੱਪਰ, ਜਿਸ ਨੂੰ ਅੱਜ ਅਸੀਂ ਅਕਾਲ ਤਖਤ ਕਹਿੰਦੇ ਹਾਂ, ਉੱਥੇ ਢਾਡੀਆਂ ਕੋਲੋਂ ਵਾਰਾਂ ਗਵਾਈਆਂ ਸਨ। ਤੇ ਢਾਡੀਆਂ ਕੋਲੋਂ ਵਾਰਾਂ ਗਵਾਉਣ ਦਾ ਜੋ ਗੁਰਦੇਵ ਪਾਤਸ਼ਾਹ ਦਾ ਮਨੋਰਥ ਸੀ, ਸਤਿਗੁਰ ਪਾਤਸ਼ਾਹ ਨੇ ਵੀਰ ਯੋਧੇ ਪੈਦਾ ਕੀਤੇ ਤੇ ਉਹਨਾਂ ਦੇ ਅੰਦਰ ਉਹ ਵੀਰ ਰਸ ਪੈਦਾ ਕਰਨ ਲਈ ਪਾਤਸ਼ਾਹ ਨੇ ਢਾਡੀਆਂ ਕੋਲੋਂ ਵਾਰਾਂ ਗਵਾਈਆਂ, ਵੀਰ ਰਸ ਪੈਦਾ ਕੀਤਾ। ਧੰਨ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਉਹਨਾਂ ਦੇ ਸਾਹਮਣੇ ਵਰਨ ਵਣ ਦਾ ਇਸ ਪੱਖ ਸਾਹਮਣੇ ਆਇਆ ਤੇ ਉਹਨਾਂ ਨੇ, ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਵੈਸ਼, ਜੋ ਵਪਾਰ ਕਰਦੇ ਸਨ, ਕਹਿੰਦੇ ਸਨ ਕਿ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉਡੇ ਤੋਂ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ। ਤੇ ਧੰਨ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੇ ਅੰਦਰ ਵੀਰ ਰਸ ਅਣਖ ਪੈਦਾ ਕੀਤਾ ਤੇ ਇਹ ਬਚਨ ਕੇ ਸਨ ਕਿ ਇਨ ਗਰੀਬ ਸਿੱਖਨ ਕੋ ਦੇਹੋਂ ਪਾਤਸ਼ਾਹੀ ਯਾਦ ਕਰੇ ਹਮਰੇ ਗੁਰਿਆਏ। ਤੇ ਪਾਤਸ਼ਾਹ ਨੇ ਵੀਰ ਰਸ ਪੈਦਾ ਕਰਤਾ। ਇਹ ਬਚਨ ਹੀ ਨੇ, ਇਹ ਬੋਲ ਹੀ ਨੇ ਕਿ ਬੋਲਾਂ ਦੇ ਰਾਹੀਂ ਕਰੁਣਾ ਪੈਦਾ ਕੀਤੀ ਜਾ ਸਕਦੀ ਹੈ। ਜਿਹੜੇ ਹਿਰਦੇ ਪੱਥਰ ਵਰਗੇ ਨੇ, ਉਹਨਾਂ ਪੱਥਰ ਵਰਗੇ ਹਿਰਦਿਆਂ ਅੰਦਰ ਮਹਾਰਾਜ ਨੇ ਸ਼ਬਦ ਦੀ ਬਰਕਤ ਦੇ ਨਾਲ, ਬੋਲਾਂ ਦੀ ਬਰਕਤ ਨਾਲ ਉਹਨਾਂ ਦੇ ਹਿਰਦੇ ਵੀ ਪਿਘਲ ਕੇ, ਸੱਜਣ ਠੱਗ ਰਾਤ ਦਿਨ ਪਾਪ ਕਰ ਰਿਹਾ ਸੀ, ਪਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਹਨਾਂ ਰਹਿਮਤ ਭਰੇ ਬਚਨਾਂ ਦੇ ਨਾਲ ਸੱਜਣ ਠੱਗ ਜਿਹੜਾ ਹੈ ਵਾਕਈ ਸੱਜਣ ਬਣ ਗਿਆ। ਭਾਵੇਂ ਉਹ ਬੋਲ ਨੇ, ਭਾਵੇਂ ਉਹ ਬਾਣੀ ਹੈ, ਉਹਨਾਂ ਬਚਨਾਂ ਦੇ ਰਾਹੀਂ ਕਠੋਰ ਤੋਂ ਕਠੋਰ ਹਿਰਦੇ ਵੀ ਗੁਰਦੇਵ ਆਖਦੇ ਕਿ ਪਿਘਲ ਜਾਂਦੇ ਨੇ। ਇਹ ਬਚਨਾਂ ਦੀ ਹੀ ਤਾਕਤ ਹੈ ਕਿ ਬੰਦਾ ਆਮ ਜਿਹੜਾ ਹੈ ਬਚਨਾਂ ਦੇ ਰਾਹੀਂ ਜਿਹੜਾ ਬੜਾ ਦੁਖੀ ਹੋਏ ਉਹ ਖੁਸ਼ ਹੋ ਜਾਂਦਾ ਹੈ ਜਦੋਂ ਕੋਈ ਐਸੇ ਬਚਨ ਸੁਣਾਏ ਜਾਣ। ਕਈ ਬੰਦੇ ਬੜੇ ਖੁਸ਼ ਹੋਣ ਤੇ ਬਚਨਾਂ ਦੇ ਨਾਲ ਹੀ ਐਸਾ ਅਸਰ ਪੈਂਦਾ ਹੈ ਕਿ ਹੱਸਦਾ ਹੋਇਆ ਰੋਣ ਲੱਗ ਜਾਂਦਾ ਹੈ। ਔਰ ਦੇਖੋ, ਇਹਨਾਂ ਬਚਨਾਂ ਰਾਹੀਂ, ਇਹਨਾਂ ਬੋਲਾਂ ਦਾ ਪ੍ਰਭਾਵ ਕੇਵਲ ਮਨੁੱਖਾਂ ਦੇ ਉੱਪਰ ਹੀ ਨਹੀਂ, ਵਨਸਪਤੀ ਦੇ ਉੱਪਰ ਹੀ ਪੈਂਦਾ ਹੈ। ਅੱਜ ਤੇ ਇਹ ਸਾਇੰਸਦਾਨਾਂ ਨੇ ਵੀ ਸਿੱਧ ਕਰ ਦਿੱਤਾ ਹੈ ਕਿ ਜੇ ਕਿਸੇ ਵਨਸਪਤੀ ਦੇ ਕੋਲ, ਦਰਖਤ ਦੇ ਕੋਲ, ਪੌਦੇ ਕੋਲ ਜਾ ਕੇ ਕੁਬੋਲ ਬੋਲ ਬੋਲੇ ਜਾਣ, ਮੰਦੇ ਬੋਲ ਬੋਲੇ ਜਾਣ ਤੇ ਉਹਦੇ ਪੱਤੇ ਵੀ ਮੁਰਝਾ ਜਾਂਦੇ ਨੇ, ਕੁਮਲਾ ਜਾਂਦੇ ਨੇ। ਇਹ ਬੋਲਾਂ ਦੀ ਤਾਕਤ ਹੈ। ਜਦੋਂ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਤੇ ਉਹ ਕੇਵਲ ਪਾਣੀ ਹੈ, ਪਰ ਪਾਣੀ ਨੂੰ ਨਾਲ ਖੰਡਾ ਘੁਮਾਉਂਦਿਆਂ ਜਦੋਂ ਬਾਣੀ ਪੜ੍ਹੀ ਗਈ ਤੇ ਬਾਣੀ ਉਸ ਬੋਲਾਂ ਦੇ ਬਰਕਤ ਦੇ ਨਾਲ ਉਹ ਪਾਣੀ ਪਾਣੀ ਨਹੀਂ ਰਿਹਾ, ਉਹ ਪਾਣੀ ਅੰਮ੍ਰਿਤ ਬਣ ਗਿਆ।
ਇਸ ਲਈ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਇੱਕ ਫਿੱਕਾ ਨਾ ਗਾ ਲਾਏ, ਕਿ ਫਿੱਕੇ ਬੋਲ ਨਾ ਬੋਲ। ਉਹ ਬੋਲ ਬੋਲ ਜਿਸ ਦੇ ਨਾਲ ਲੁਕਾਈ ਦਾ ਭਲਾ ਹੋਏ, ਜਿਸ ਦੇ ਨਾਲ ਤੂੰ ਮਾਲਕ ਦੇ ਚਰਨਾਂ ਦੇ ਨਾਲ ਖਲਕਤ ਨੂੰ ਜੋੜ ਸਕੇ। ਕਿਉਂਕਿ ਗੁਰੂ ਪਾਤਸ਼ਾਹ ਤੇ ਅਰਦਾਸ ਕਰਦੇ ਨੇ ਕਿ ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗੋਹੋਂ ਬਕੋ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ। ਆਪਣੇ ਪ੍ਰਾਨ ਤੱਕ ਭੇਟਾ ਕਰਦੇ ਆ। ਆਸਾ ਕੀ ਵਾਰ ਦੇ ਅੰਦਰ ਗੁਰੂ ਪਾਤਸ਼ਾਹ ਦਾ ਬੜਾ ਪਿਆਰਾ ਬਚਨ ਹੈ। ਉਹ ਆਖਦੇ ਨੇ ਕਿ ਨਾਨਕ ਫਿੱਕੇ ਬੋਲੇ ਹੈ, ਤਨ ਮਨ ਫਿੱਕਾ ਹੋਏ। ਕਿਉਂਕਿ ਅੱਜ ਦੇ ਸ਼ਲੋਕ ਅੰਦਰ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਇੱਕ ਫਿੱਕਾ ਨਾ ਗਾ ਲਾਏ, ਇੱਕ ਫਿੱਕੇ ਬੋਲ ਨਾ ਬੋਲ, ਤੇ ਇੱਕ ਵੀ ਫਿੱਕਾ ਬੋਲ ਨਾ ਬੋਲ। ਕਿਉਂਕਿ ਸਭਨਾ ਮੈਂ ਸੱਚਾ ਧਣੀ, ਸਾਰਿਆਂ ਅੰਦਰ ਉਹ ਮਾਲਕ ਪਰਮਾਤਮਾ ਵਸਦਾ ਹੈ। ਫਿਰ ਜੇ ਪਰਮਾਤਮਾ ਸਾਰਿਆਂ 'ਚ ਵਸਦਾ ਤੇ ਕਿਉਂ ਮਾਲਕ ਨੂੰ ਫਿੱਕੇ ਬੋਲ ਬੋਲੇ ਜਾਣ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਆਖਦੇ ਨੇ ਕਿ ਨਾਨਕ ਫਿੱਕੇ ਬੋਲੇ ਹੈ, ਤਨ ਮਨ ਫਿੱਕਾ ਹੋਏ। ਸਾਡਾ ਮਨ ਵੀ ਫਿੱਕਾ ਹੋ ਜਾਂਦਾ ਹੈ ਔਰ ਸਾਡਾ ਤਨ ਵੀ, ਤਨ ਤੋਂ ਭਾਵ ਹੈ ਸਾਡੇ ਗਿਆਨ ਇੰਦਰੇ, ਅੱਖਾਂ ਵੀ, ਕੰਨ ਵੀ, ਜ਼ਬਾਨ ਵੀ, ਇਹ ਸਾਰੇ ਇੰਦਰੇ ਜੋ ਗਿਆਨ ਇੰਦਰੇ ਨੇ ਇਹ ਵੀ ਫਿੱਕੇ ਹੋ ਜਾਂਦੇ ਨੇ। ਨਾਨਕ ਫਿੱਕੇ ਬੋਲੇ ਹੈ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀ ਹੈ। ਫਿਰ ਸੰਸਾਰ ਦੇ ਅੰਦਰ ਵੀ ਉਹਨੂੰ ਫਿੱਕਾ ਕਰਕੇ ਹੀ ਸੱਦਿਆ ਜਾਂਦਾ ਹੈ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਫਲਾਣਾ ਬੰਦਾ ਉਹ ਤੇ ਬੜਾ ਕੋੜੇ ਬੋਲ ਬੋਲਦਾ ਹੈ, ਉਹਦੇ ਨਾਲ ਗੱਲ ਕਰਨੀ ਹੀ ਭਲੀ ਨਹੀਂ ਹੈ। ਮਹਾਰਾਜ ਆਖਦੇ ਨੇ ਕਿ ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ। ਸੋਏ ਤੋਂ ਪਾਉਂਦਾ ਸ਼ੋਭਾ, ਉਸਨੂੰ ਉਸੇ ਢੰਗ ਦੇ ਨਾਲ ਲੋਕੀ ਯਾਦ ਕਰਦੇ ਨੇ ਫਲਾਣਾ ਬੰਦਾ ਤੇ ਬੜੇ ਕੋੜੇ ਬੋਲ ਬੋਲਦਾ ਹੈ। ਗੁਰਦੇਵ ਆਖਦੇ ਨੇ ਉਹਦੀ ਸੰਸਾਰ ਦੇ ਅੰਦਰ ਜਗਤ ਵਿੱਚ ਸੋਏ ਵੀ ਉਸੇ ਤਰ੍ਹਾਂ ਦੀ ਹੈ। ਤੇ ਫਿੱਕਾ ਦਰਗਹਿ ਸਟੀ ਹੈ, ਮੁਥੁੱਕਾਂ ਫਿੱਕੇ ਪਾਏ। ਦਰਗਾਹ ਦੇ ਅੰਦਰ ਵੀ ਉਹ ਥੁੱਕਾਂ ਹੀ ਪੈਂਦੀਆਂ ਨੇ। ਫਿੱਕਾ ਮੂਰਖ ਆਖੀ ਹੈ। ਗੁਰੂ ਪਾਤਸ਼ਾਹ ਆਖਦੇ ਨੇ ਕਿ ਫਿੱਕਾ ਤੇ ਮੂਰਖ ਹੈ। ਪਾਣਾ ਲੈ ਸਜਾਏ, ਪਾਣਾ ਕਹਿੰਦਾ ਹੈ ਜੋੜਿਆਂ ਨੂੰ, ਸੁੱਖੇ ਸ਼ਬਦਾਂ ਦੇ ਕਹਿ ਦਿਆਂ ਚਿੱਤਰਾਂ ਨੂੰ। ਮਹਾਰਾਜ ਆਖਦੇ ਕਿ ਉਹਦੀ ਹਰ ਥਾਂ ਦੇ ਪਰ ਬੇਪਤੀ ਹੀ ਹੁੰਦੀ ਹੈ, ਬੇਇੱਜ਼ਤੀ ਹੀ ਹੁੰਦੀ ਹੈ ਜੋ ਫਿੱਕੇ ਬੋਲ ਬੋਲਦੇ ਨੇ। ਇਸ ਲਈ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਉਹ ਬੋਲ ਬੋਲ ਜਿਨ੍ਹਾਂ ਦੇ ਨਾਲ ਕਿਸੇ ਦਾ ਹਿਰਦਾ ਨਾ ਦੁਖੇ, ਸਾਰਿਆਂ ਅੰਦਰ ਪਰਮਾਤਮਾ ਵਸਦਾ ਹੈ। ਕਬੀਰ ਸਾਹਿਬ ਨੂੰ ਪੁੱਛਿਆ ਗਿਆ, ਕਬੀਰ ਸਾਹਿਬ ਜੀ ਕੀ ਬੋਲਣਾ ਚਾਹੀਦਾ? ਕਬੀਰ ਸਾਹਿਬ ਆਖਦੇ ਨੇ ਕਿ ਉਹ ਬੋਲ ਬੋਲ ਬਾਬਾ ਬੋਲਣਾ ਕਿਆ ਕਹੀ ਹੈ। ਕਬੀਰ ਸਾਹਿਬ ਜੀ, ਹੇ ਬਾਬਾ, ਹੇ ਭਾਈ, ਬੋਲਣਾ ਕਿਆ ਕਹੀ ਹੈ, ਜੈਸੇ RAM ਨਾਮ ਰਵ ਰਹੀ ਹੈ। ਉਹ ਬੋਲ ਬੋਲ ਜਿਨ੍ਹਾਂ ਬੋਲਾਂ ਦੇ ਨਾਲ ਪਰਮਾਤਮਾ ਦੇ ਗੁਣ ਗਾ ਕੇ ਪਰਮਾਤਮਾ ਦੇ ਰੂਪ ਹੋ ਜਾਏ, ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੁੜਿਆ ਰਹੇ। ਕਿ ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ RAM ਨਾਮ ਰਵ ਰਹੀ ਹੈ। ਸੰਤਨ ਸਿਉ ਬੋਲੇ ਉਪਕਾਰੀ, ਸੰਤਾਂ ਦੇ ਨਾਲ, ਗੁਰਮੁਖਾਂ ਦੇ ਨਾਲ, ਨਾਮ ਜਪਣ ਵਾਲਿਆਂ ਦੇ ਨਾਲ ਬੋਲਣਾ ਉਪਕਾਰ ਹੈ। ਕਿਉਂਕਿ ਕੁਝ ਜੀਵਨ ਅੰਦਰ ਚੰਗੇ ਗੁਣ ਪ੍ਰਾਪਤ ਹੁੰਦੇ ਨੇ। ਮੂਰਖ ਸਿਉ ਬੋਲੇ ਚੱਖ ਮਾਰੀ, ਮੂਰਖ ਦੇ ਨਾਲ ਬੋਲਣਾ ਚੱਖ ਮਾਰਨਾ ਹੈ। ਬੋਲਤ ਬੋਲਤ ਵੱਢਹਿ ਵਿਕਾਰਾ, ਬੋਲਦਿਆਂ ਬੋਲਦਿਆਂ ਵਿਕਾਰ ਵੱਢਦੇ ਨੇ, ਝਗੜਾ ਵੱਧ ਜਾਂਦਾ ਹੈ। ਬੋਲਤ ਬੋਲਤ ਵੱਢਹਿ ਵਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਪਰ ਬਿਨਾ ਬੋਲਿਆ ਕੀ ਕਰੀਏ, ਕੋਈ ਵਿਚਾਰ ਨਹੀਂ ਹੋ ਸਕਦੀ। ਕਬੀਰ ਸਾਹਿਬ ਨਿਚੋੜ ਕੱਢਦੇ ਨੇ, ਆਖਦੇ ਨੇ ਕਿ ਕੋਹ ਕਬੀਰ ਛੂਛਾ ਘਟ ਬੋਲੇ। ਜਿਹੜਾ ਛੂਟਾ ਘਟ ਹੈ ਭਾਵ ਕਿ ਖਾਲੀ ਘੜਾ ਹੈ ਨਾ, ਉਹਨੂੰ ਕਿ ਟਣਕਾ ਕੇ ਦੇਖਿਓ, ਬੜੀ ਆਵਾਜ਼ ਆਉਂਦੀ ਹੈ ਉਸਦੀ। ਕਬੀਰ ਸਾਹਿਬ ਆਖਦੇ ਨੇ ਕਿ ਇਸੇ ਤਰ੍ਹਾਂ ਜਿਹੜਾ ਛੂਛਾ ਮਨੁੱਖ ਹੈ, ਜਿਹੜਾ ਅਜਾਈ ਗੱਲਾਂ ਕਰਨ ਵਾਲਾ ਹੈ, ਉਹ ਬੜਾ ਵੱਜਦਾ ਹੈ ਘੜੇ ਦੀ ਤਰ੍ਹਾਂ। ਕੋਹ ਕਬੀਰ ਛੂਛਾ ਘਟ ਬੋਲੇ, ਭਰਿਆ ਹੋਏ ਸੋ ਕਬਹੂ ਨਾ ਡੋਲੇ। ਜਿਹੜਾ ਫਿਰ ਭਰ ਗਿਆ ਗੁਣਾਂ ਦੇ ਨਾਲ, ਜਿਵੇਂ ਭਰੇ ਹੋਏ ਘੜੇ ਦੇ ਵਿੱਚੋਂ ਆਵਾਜ਼ ਨਹੀਂ ਨਾ ਆਉਂਦੀ, ਇਸੇ ਤਰ੍ਹਾਂ ਜਿਹਦੇ ਜੀਵਨ ਅੰਦਰ ਗੁਣ ਵਸ ਗਏ ਉਹ ਫਿਰ ਅਜਾਈ ਗੱਲਾਂ ਨਹੀਂ ਕਰਦਾ। ਉਹ ਗੱਲਾਂ ਕਰਦਾ ਹੈ ਜਿਨ੍ਹਾਂ ਦੇ ਨਾਲ ਪਰਮਾਤਮਾ ਦੀ ਯਾਦ ਆਏ। ਤੇ ਅਰਦਾਸ ਤੇ ਅਸੀਂ ਇਹ ਵਚਨ ਪੜ੍ਹਦੇ ਹਾਂ ਕਿ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤੇ ਆਵੇ ਦਾਤਾ।
ਮੈਨੂੰ ਤੇ ਉਹਨਾਂ ਦੇ ਨਾਲ ਮੇਲ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਮੈਂ ਚੇਤੇ ਕਰ ਸਕਾਂ। ਔਰ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਗੱਲ ਸਮਝਾਈ ਹੈ। ਗੁਰੂ ਪਾਤਸ਼ਾਹ ਆਖਦੇ ਨੇ ਕਿ ਜੋੜਨਾ ਜਿਹੜਾ ਹੈ ਉਹ ਔਖਾ ਹੈ, ਤੋੜਨਾ ਬੜਾ ਸੌਖਾ ਹੈ। ਕਿਸੇ ਨੂੰ ਬਾਣੀ ਦੇ ਨਾਲ ਜੋੜਨਾ ਹੋਏ, ਚੰਗੇ ਕਰਮਾਂ ਦੇ ਨਾਲ ਜੋੜਨਾ ਹੋਏ, ਕੀਰਤਨ ਦੇ ਨਾਲ, ਸਿਫਤ ਸਲਾਹ ਦੇ ਨਾਲ ਜੋੜਨਾ ਹੋਏ, ਬੜਾ ਸਾਨੂੰ ਯਤਨ ਕਰਨਾ ਪੈਂਦਾ, ਪਰ ਤੋੜਨ ਵਾਸਤੇ ਯਤਨ ਨਹੀਂ ਕਰਨਾ ਪੈਂਦਾ। ਜਿਹਨੂੰ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਜਦੋਂ ਮਾਤਾ ਦੇ ਗਰਭ ਦੇ ਅੰਦਰ ਬੱਚਾ ਟਿਕਦਾ ਹੈ ਨਾ, ਤੇ ਉਹਦੇ ਸਰੀਰ ਮੁਕੰਮਲ ਹੁੰਦੇ ਆ 6 ਮਹੀਨੇ ਲੱਗ ਜਾਂਦੇ ਨੇ। ਪਾਵਨ ਬਚਨ ਨੇ ਬਾਬਾ ਫਰੀਦ ਸਾਹਿਬ ਦੇ, ਉਹ ਆਖਦੇ ਨੇ ਕਿ ਫਰੀਦਾ ਜੁੜਨਦੇ ਆ 6 ਮਾਹ, ਤੁੜਨਦੇ ਆ ਇੱਕ ਖਿਨੋ, ਕਿ ਬੱਚੇ ਨੂੰ ਮੁਕੰਮਲ ਹੁੰਦਿਆਂ 6 ਮਹੀਨੇ ਦਾ ਉਸ ਸਮਾਂ ਟਾਈਮ ਲੱਗਦਾ ਹੈ, ਪਰ ਟੁੱਟਦਿਆਂ ਹੋਇਆਂ ਕਿੰਨਾ ਟਾਈਮ ਲੱਗਦਾ ਹੈ? ਇੱਕ ਖਿਨ ਲੱਗਦਾ ਹੈ। ਜਦੋਂ ਉਹ ਬੱਚਾ ਕਹਿ ਲਵਾਂ ਕਿ ਮਾਤਾ ਦੇ ਗਰਭ ਦੇ ਅੰਦਰ ਹੀ ਜਦੋਂ ਨਾਸ਼ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਇੱਕ ਖਿਨ ਦੇ ਅੰਦਰ ਹੀ। ਹੁਣ ਕੱਪੜੇ ਨੂੰ ਬਣਾਉਣ ਵਾਸਤੇ ਅਸੀਂ ਦਰਜੀ ਨੂੰ ਦੇ ਕੇ ਆਵਾਂਗੇ, ਉਹਦਾ ਮਿਹਨਤਾਨਾ ਵੀ ਅਸੀਂ ਦਿੰਦੇ ਹਾਂ, ਉਹ ਸਾਡੇ ਕੋਲ ਟਾਈਮ ਵੀ ਮੰਗਦਾ ਹੈ ਕਿ ਮੈਨੂੰ 1 ਦਿਨ ਦਿਓ, 2 ਦਿਨ ਦਿਓ, 10 ਦਿਨ ਦਿਓ। ਪਰ ਜੇ ਕੱਪੜਿਆਂ ਨੂੰ ਫਾੜਨਾ ਹੋਏ ਤੇ 2 ਮਿੰਟ ਹੀ ਲੱਗਣਗੇ, ਉੱਤੇ ਮੂਰਖ ਮਨੁੱਖ ਵੀ 2 ਮਿੰਟ ਲਾਣਗੇ। ਕਿਸੇ ਦੇ ਹੱਥ ਪੈਰ ਤੋੜਨੇ ਹੋਣ ਜ਼ਿਆਦਾ ਟਾਈਮ ਨਹੀਂ ਲੱਗੇਗਾ, ਪਰ ਜੇ ਡਾਕਟਰ ਕੋਲ ਜਾਏ, ਪਲਸਤਰ ਕਰਾਉਣਾ ਹੋਏ, ਉਹਨੂੰ ਜੁੜਦਿਆਂ ਹੋਇਆਂ ਬੜਾ ਟਾਈਮ ਲੱਗ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਆਖਦੇ ਨੇ ਕਿ ਜੋੜਨ ਦੇ ਵਿੱਚ ਬੜਾ ਸਮਾਂ ਲੱਗਦਾ ਹੈ, ਪਰ ਤੁੜਨਦਿਆਂ ਬਹੁਤਾ ਸਮਾਂ ਨਹੀਂ ਲੱਗਦਾ। ਡਾਕਟਰ ਜਸਵੰਤ ਸਿੰਘ ਨੇਕੀ ਜੀ, ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਜਿਹਦਾ ਨਾਮ ਸੀ ਅਰਦਾਸ। ਉਹਨਾਂ ਨੇ ਉਸ ਅਰਦਾਸ ਕਿਤਾਬ ਦੇ ਅੰਦਰ ਇੱਕ ਬੜਾ ਸੋਹਣਾ ਲੈਕਚਰ ਲਿਖਿਆ। ਉਹ ਆਖਦੇ ਨੇ ਕਿ ਇੱਕ ਵਾਰੀ ਹਜ਼ਰਤ ਮੂਸਾ ਜੀ ਉਹ ਤੁਰੇ ਜਾ ਰਹੇ ਸਨ, ਤੇ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਆਜੜੀ ਨਜ਼ਰ ਆਇਆ। ਆਜੜੀ ਤੋਂ ਭਾਵ ਜੋ ਭੇਡਾਂ ਚਾਰਨ ਵਾਲਾ ਹੈ, ਭੇਡਾਂ ਚਾਰ ਰਿਹਾ ਹੈ, ਤੇ ਉਹ ਪਹਾੜਾਂ ਦੇ ਉੱਪਰ ਭੇਡਾਂ ਨੂੰ ਚਾਰ ਰਿਹਾ ਹੈ। ਹਜ਼ਰਤ ਮੂਸਾ ਜੀ ਵੀ ਲੰਘੀ ਜਾ ਰਹੇ ਨੇ। ਉਸ ਆਜੜੀ ਨੇ ਕਿਧਰੋਂ ਸੁਣਿਆ ਕਿ ਰੱਬ ਦਾ ਕੋਈ ਸ਼ਰੀਕ ਨਹੀਂ ਹੈ, ਰੱਬ ਦਾ ਕੋਈ ਵੀ ਉਹਦੇ ਬਰਾਬਰ ਦਾ ਨਹੀਂ ਹੈ, ਉਹਦੇ ਨਾਲ ਕੋਈ ਨਹੀਂ ਰਹਿੰਦਾ, ਰੱਬ ਇਕੱਲਾ ਹੀ ਹੈ। ਔਰ ਸਾਰੇ ਸੰਸਾਰ ਦੇ ਅੰਦਰ ਉਹ ਇਕੱਲਾ ਰਹਿ ਕੇ ਸਾਰਿਆਂ ਦੀ ਸੰਭਾਲ ਕਰਦਾ ਹੈ। ਹੁਣ ਆਜੜੀ ਦਾ ਆਪਣਾ ਹਿਰਦਾ ਹੈ, ਉਸਨੇ ਹੱਥ ਜੋੜੇ, ਹੱਥ ਜੋੜ ਕੇ ਉਹਨੇ ਆਪਣੀ ਭਾਸ਼ਾ ਦੇ ਵਿੱਚ ਇੱਕ ਬਚਨ ਕਹਿ ਗਿਆ, ਐ ਖੁਦਾ, ਮੈਂ ਸੁਣਿਆ ਕਿ ਤੇਰਾ ਕੋਈ ਨਹੀਂ ਹੈ, ਤੇਰਾ ਕੋਈ ਸ਼ਰੀਕ ਨਹੀਂ ਹੈ, ਤੇ ਹਕੀਕਤ ਇਹ ਹੈ ਕਿ ਮੇਰਾ ਵੀ ਕੋਈ ਨਹੀਂ ਹੈ, ਮੈਂ ਵੀ ਇਕੱਲਾ ਹਾਂ, ਤੂੰ ਵੀ ਇਕੱਲਾ ਹੈ। ਡਾਕਟਰ ਜਸਵੰਤ ਸਿੰਘ ਨੇਕੀ ਜੀ ਲਿਖਦੇ ਨੇ, ਕਹਿੰਦੇ ਕਿ ਉਸਨੇ ਆਪਣੇ ਹੀ ਭਾਵ ਦੇ ਵਿੱਚ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ, ਦਾਤਾ ਤੇਰਾ ਵੀ ਕੋਈ ਨਹੀਂ, ਮੇਰਾ ਵੀ ਕੋਈ ਨਹੀਂ। ਕਿਤਨਾ ਚੰਗਾ ਹੋਏ ਤੂੰ ਮੇਰੇ ਕੋਲ ਆ ਜਾਏ, ਜਿਹੜੇ ਤੂੰ ਕੱਪੜੇ ਪਾਉਂਦਾ ਹੈ ਉਹਨਾਂ ਕੱਪੜਿਆਂ ਨੂੰ ਮੈਂ ਧੋ ਦਿਆਂਗਾ, ਉਹਨਾਂ ਕੱਪੜਿਆਂ ਦੀ ਮੈਂ ਮੈਲ ਕੱਢ ਦਿਆਂਗਾ, ਤੈਨੂੰ ਧੋ ਕੇ ਉਹ ਕੱਪੜੇ ਮੈਂ ਤੈਨੂੰ ਦੇ ਦਿਆਂਗਾ, ਤੂੰ ਉਹ ਨਵੇਂ ਕੱਪੜੇ ਪਾ ਲਿਆ ਕਰੇ। ਮੈਂ ਪਹਾੜਾਂ ਦੇ ਵਿੱਚ ਵਿਚਰਦਾ ਹਾਂ, ਇੱਥੇ ਦੀਆਂ ਜੜੀਆਂ ਬੂਟੀਆਂ ਦੀ ਮੈਨੂੰ ਜਾਣਕਾਰੀ ਹੈ। ਜੇ ਕਦੇ ਤੈਨੂੰ ਕੋਈ ਬੁਖਾਰ ਹੋਇਆ, ਕੋਈ ਤਕਲੀਫ ਹੋਈ, ਤੇ ਉਹ ਜੜੀਆਂ ਬੂਟੀਆਂ ਕੁੱਟ ਕੇ ਉਹਦੀ ਦਵਾਈ ਬਣਾ ਕੇ ਮੈਂ ਤੈਨੂੰ ਦੇ ਦਿਆਂਗੇ, ਤੈਨੂੰ ਆਰਾਮ ਆ ਜਾਏਗਾ। ਇਹ ਗੱਲਾਂ ਉਹ ਅੱਖਾਂ ਬੰਦ ਕਰਕੇ ਕਰ ਰਿਹਾ, ਤੇ ਹਜ਼ਰਤ ਮੂਸਾ ਜੀ ਲੰਘੇ, ਉਹਨਾਂ ਨੇ ਵੱਢ ਕੇ ਚਪੇੜ ਮਾਰੀ ਆਜੜੀ ਨੂੰ। ਆਖਣ ਲੱਗਾ, ਜਿਹੜਾ ਖੁਦਾ ਸਾਰੀ ਦੁਨੀਆ ਦੀ ਖਲਕਤ ਦੀ ਮੈਲ ਨੂੰ ਨਾਸ਼ ਕਰਨ ਵਾਲਾ ਹੈ, ਲੋਕਾਂ ਦੇ ਪਾਪਾਂ ਨੂੰ ਕੱਟਣ ਵਾਲਾ ਹੈ, ਤੂੰ ਉਹਦੀ ਮੈਲ ਦੂਰ ਕਰੇਗਾ। ਜੋ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ, ਤੂੰ ਉਸ ਨੂੰ ਭੋਜਨ ਖਵਾਏਗਾ। ਜੋ ਸਾਰਿਆਂ ਦੇ ਦੁੱਖ ਦੂਰ ਕਰਦਾ ਹੈ, ਤੂੰ ਉਸ ਨੂੰ ਦਵਾਈ ਬਣਾ ਕੇ ਦੇਂਗਾ। ਆਜੜੀ ਕਹਿਣ ਲੱਗਾ, ਜੀ ਮੈਨੂੰ ਨਹੀਂ ਸੀ ਪਤਾ ਕਿ ਰੱਬ ਦੇ ਨਾਲ ਗੱਲਾਂ ਕਰਨ ਦੇ ਨਾਲ ਚਪੇੜਾਂ ਵੀ ਪੈ ਜਾਂਦੀਆਂ ਨੇ। ਮੈਂ ਬਸ ਇਹੀ ਕਹਿੰਦਾ ਹਾਂ ਕਿ ਰੱਬਾ, ਜਿੱਥੇ ਤੂੰ ਹੈ ਤੂੰ ਉੱਥੇ ਹੀ ਰਹਿ, ਮੈਂ ਆਪਣੀ ਜਗ੍ਹਾ ਦੇ ਉੱਪਰ ਹਾਂ। ਅੱਖਾਂ ਦੇ ਚੋਂ ਹੰਝੂ ਆ ਗਏ ਉਹਦੇ। ਹਜ਼ਰਤ ਮੂਸਾ ਜੀ ਜਾਂਦੇ ਸਨ ਕੋਹਤੂਰ ਪਹਾੜ ਦੇ ਉੱਪਰ, ਤੇ ਜਾ ਕੇ ਉਹ ਪਰਮਾਤਮਾ ਦੇ ਨਾਲ ਉਹ ਗੱਲ ਕਰਦੇ ਸਨ ਜੋ ਇਸਲਾਮ ਧਰਮ ਕਹਿੰਦਾ ਹੈ।
ਅੱਜ ਜਾ ਕੇ ਜਦੋਂ ਉਹ ਮਾਲਕ ਦੇ ਚਰਨਾਂ ਦੇ ਜੁੜੇ ਤੇ ਸੁਰਤ ਨਾ ਲੱਗੇ, ਧਿਆਨ ਨਾ ਲੱਗੇ, ਉਹਨਾਂ ਨੇ ਆਪਣਾ ਜਿਹੜਾ ਸੀਸ ਹੈ, ਮੱਥਾ ਹੈ, ਉਹ ਜ਼ਮੀਨ ਦੇ ਉੱਪਰ ਮਾਰਿਆ ਕਿ ਇਹ ਖੁਦਾ ਮੇਰੇ ਕੋਲ ਕੀ ਭੁੱਲ ਹੋ ਗਈ ਹੈ, ਅੱਜ ਤੇਰੇ ਨਾਲ ਮੇਰੀ ਗੱਲ ਨਹੀਂ ਹੋ ਰਹੀ। ਆਵਾਜ਼ ਆਈ, ਕਹਿਣ ਲੱਗੇ ਮੂਸਾ ਤੈਨੂੰ ਸੰਸਾਰ ਦੇ ਵਿੱਚ ਭੇਜਿਆ ਸੀ ਲੋਕਾਂ ਨੂੰ ਸੱਚ ਦੇ ਨਾਲ ਜੋੜਨ ਲਈ, ਤੈਨੂੰ ਸੰਸਾਰ ਵਿੱਚ ਭੇਜਿਆ ਕਿ ਤੂੰ ਲੋਕਾਂ ਨੂੰ ਜੋੜ ਸਕੇ, ਪਰ ਅੱਜ ਤੂੰ ਗੁਨਾਹ ਕਰਕੇ ਆਇਆ ਹੈ, ਪਾਪ ਕਰਕੇ ਆਇਆ ਹੈ, ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਹੈ। ਪਹਿਲੇ ਜਾ ਕੇ ਇਸ ਨੂੰ ਖਿਮਾ ਮੰਗ ਕੇ ਆ। ਹਜ਼ਰਤ ਮੂਸਾ ਜੀ ਕਹਿੰਦੇ ਵਾਪਸ ਉਸ ਆਜਰੀ ਕੋਲ ਗਏ ਤੇ ਜਾ ਕੇ ਉਹਨਾਂ ਨੇ ਆਪਣੇ ਕੀਤੇ ਹੋਏ ਕਰਮ ਦੀ, ਗੁਨਾਹ ਦੀ ਮਾਫੀ ਮੰਗੀ। ਉਹਨਾਂ ਨੇ ਕਹਿੰਦੇ ਕਿ ਤੂੰ ਤੇ ਬੋਲਾਂ ਦੇ ਉੱਪਰ ਗਿਆ, ਤੂੰ ਉਹਦੇ ਅੰਦਰ ਦੀ ਬਿਹਬਲਤਾ ਜਿਹੜੀ ਹੈ, ਅੰਦਰ ਹਿਰਦੇ ਅੰਦਰ ਜੋ ਭਾਵ ਹੈ, ਉਹਨੂੰ ਦੇਖਿਆ ਹੀ ਨਹੀਂ। ਸੋ ਸਤਿਗੁਰੂ ਮਹਾਰਾਜ ਆਖਦੇ ਨੇ ਕਿ ਉਹ ਬਚਨ ਬੋਲ ਜਿਨ੍ਹਾਂ ਦੇ ਨਾਲ ਕਿਸੇ ਦਾ ਹਿਰਦਾ ਨਾ ਦੁਖੇ। ਇਹ ਗੱਲ ਮੈਨੂੰ ਹੋਰ ਯਾਦ ਆ ਗਈ, ਵੀ ਕਰਨੇ ਆ। ਰਾਬੀਆ ਜਦੋਂ ਜਨਮ ਹੋਇਆ, ਰਾਬੀਆ ਦਾ ਇਸਲਾਮ ਧਰਮ ਦੇ ਵਿੱਚ ਹੀ ਹੈ, ਉਹ ਚੌਥੀ ਸੰਤਾਨ ਸੀ ਘਰਦਿਆਂ ਦੀ। ਤੇ ਦਾਈ ਨੇ ਕਿਹਾ ਰਾਬੀਆ ਦੇ ਪਿਤਾ ਨੂੰ, ਭਾਈ ਜਾਓ ਜਾ ਕੇ ਤੇਲ ਲੈ ਕੇ ਆਓ, ਬੱਚੇ ਦੀ ਮਾਲਿਸ਼ ਕਰਨੀ ਹੈ, ਜੋ ਦਾਈਆਂ ਆਮ ਖਾਸ ਕਰਦੀਆਂ ਸਨ। ਰਾਬੀਆ ਦਾ ਪਿਤਾ ਤੇਲ ਲੈਣ ਜਦੋਂ ਗਿਆ ਤੇ ਤੇਲ ਲੈ ਕੇ ਨਹੀਂ ਆਇਆ, ਵਾਪਸ ਆ ਗਿਆ। ਘਰ ਗਰੀਬ ਸੀ। ਉਹਨੇ ਪੁੱਛਿਆ ਵੀ ਤੁਸੀਂ ਤੇਲ ਲੈ ਕੇ ਨਹੀਂ ਆਏ? ਕਹਿਣ ਲੱਗਾ ਪਤਾ ਨਹੀਂ ਕੈਸੀ ਸੁਰਤ ਮੇਰੀ ਬਦਲੀ ਹੈ ਕਿ ਮੰਗਣ ਦਾ ਮੇਰਾ ਭਾਵ ਹੀ ਨਹੀਂ ਪੈਦਾ ਹੋ ਰਿਹਾ। ਉਸ ਦਾਈ ਨੇ ਬਚਨ ਕੇ ਸਨ, ਕਹਿਣ ਲੱਗੀ ਕਿ ਇਹ ਰੱਬ ਦੇ ਘਰ ਜੋ ਤੁਹਾਡੇ ਘਰ ਬੱਚੀ ਨੇ ਪੈਦਾ ਲਿਆ ਹੈ ਨਾ, ਤੁਹਾਡੇ ਅੰਦਰ ਹੁਣ ਫੁਰਨਾ ਹੀ ਉਹ ਪੈਦਾ ਹੋ ਗਿਆ ਕਿ ਮੁਹਤਾਜੀ ਮੁੱਕ ਗਈ ਹੈ। ਉਹ ਰਾਬੀਆ ਨੇ ਇਸਲਾਮ ਧਰਮ ਦੇ ਬੜਾ ਉੱਚਾ ਮਰਤਬਾ ਪ੍ਰਾਪਤ ਕੀਤਾ। ਉਹਦਾ ਬੱਚਾ ਸੀ ਹਸਨ। ਆਪਣੇ ਬੱਚੇ ਨੂੰ ਇੱਕ ਵਾਰੀ ਉਸਨੇ ਉਪਦੇਸ਼ ਦਿੱਤਾ, ਕਹਿਣ ਲੱਗੀ ਜੀਵਨ ਦੇ ਅੰਦਰ 3 ਚੀਜ਼ਾਂ ਨੂੰ ਸਾਂਭ ਲੈ, ਇੱਕ ਤੇ ਮੋਮਬੱਤੀ ਨੂੰ, ਦੂਸਰਾ ਸੂਈ ਨੂੰ, ਔਰ ਤੀਸਰਾ ਵਾਲ ਨੂੰ। ਤੈਨੂੰ ਨਾ ਤੇ ਸੰਸਾਰ ਦੇ ਅੰਦਰ ਨਾ ਹੀ ਪਰਮਾਤਮਾ ਦੇ ਘਰ, ਖੁਦਾ ਦੇ ਘਰ ਤੈਨੂੰ ਕੋਈ ਰੋਕ ਸਕੇਗਾ। ਉਹਨੇ ਸਮਝਾਇਆ, ਕਹਿਣ ਕਿ ਮੋਮਬੱਤੀ ਜਿਹੜੀ ਹੈ ਆਪ ਭਾਵੇਂ ਸੜਦੀ ਹੈ, ਪਿਘਲਦੀ ਹੈ, ਪਰ ਲੋਕਾਂ ਨੂੰ ਘਰ ਦੇ ਅੰਦਰ ਰੁਸ਼ਨਾ ਕਰਦੀ ਹੈ। ਘਰ ਦੇ ਅੰਦਰ ਜਿੱਥੇ ਜਗਦੀ ਹੈ ਉੱਥੇ ਚਾਨਣ ਹੋ ਜਾਂਦਾ ਹੈ। ਇਸੇ ਤਰ੍ਹਾਂ ਮੋਮਬੱਤੀ ਦੀ ਤਰ੍ਹਾਂ ਆਪਣੇ ਆਪ ਨੂੰ ਭਾਵੇਂ ਗਾਲਣਾ ਵੀ ਪਏ, ਪਿਘਲਾਣਾ ਵੀ ਪਏ, ਪਰ ਲੋਕਾਂ ਨੂੰ ਚਾਨਣ ਦੇਈ, ਲੋਕਾਂ ਨੂੰ ਸੱਚ ਦਾ ਉਪਦੇਸ਼ ਦੇਈ, ਸੱਚ ਦਾ ਸਨੇਹਾ ਦੇਈ, ਮੋਮਬੱਤੀ ਤਰ੍ਹਾਂ। ਫਿਰ ਦੂਸਰਾ ਉਹਨੇ ਦਿੱਤੀ ਸੂਈ। ਆਖਣ ਲੱਗੀ ਸੂਈ ਭਾਵੇਂ ਆਪ ਨੰਗੇਜ ਰਹਿੰਦੀ ਹੈ, ਪਰ ਲੋਕਾਂ ਦੇ ਨੰਗੇਜ ਨੂੰ ਢੱਕਦੀ ਹੈ। ਸੂਈ ਨੂੰ ਕਦੇ ਕਿਸੇ ਨੇ ਕੱਪੜੇ ਦੇ ਵਿੱਚ ਨਹੀਂ ਰੱਖਿਆ। ਉਹ ਆਖਦੇ ਕਿ ਜੇ ਸੂਈ ਆਪ ਨੰਗੇ, ਕੈਂਚੀ ਦੀ ਤਰ੍ਹਾਂ ਨਹੀਂ, ਕੈਂਚੀ ਦਾ ਕੰਮ ਤੇ ਕੱਟਣ ਦਾ ਹੈ, ਪਰ ਸੂਈ ਦਾ ਜਿਹੜਾ ਕੰਮ ਹੈ ਨਾ, ਉਹ ਜੋੜਨ ਦਾ ਹੈ। ਉਹ ਕਹਿੰਦੇ ਸੂਈ ਆਪ ਭਾਵੇਂ ਨੰਗੇਜ ਰਹਿੰਦੀ ਹੈ, ਲੋਕਾਂ ਦੇ ਪਰਦੇ ਢੱਕਦੀ ਹੈ। ਤੇ ਤੀਸਰਾ ਜੋ ਵਾਲ ਦਿੱਤਾ ਸੀ, ਇਹਨੂੰ ਕੇਸ ਕਹਿੰਦੀਆਂ ਸੀ, ਇੱਕ ਲੜ ਦਿੱਤੀ ਵਾਲ ਦੀ। ਆਖਣ ਲੱਗੀ ਕੇਸਾਂ ਦੀ ਤਰ੍ਹਾਂ ਆਪਣੇ ਆਪ ਨੂੰ ਬਰੀਕ ਕਰ ਲਈ। ਬਰੀਕ ਕਰਨ ਤੋਂ ਭਾਵ ਸੀ ਕਿ ਆਪਣਾ ਆਪਾ ਹੰਕਾਰ ਤਿਆਗ ਦੇਈ, ਤੈਨੂੰ ਖੁਦਾ ਦੇ ਘਰ ਵੀ, ਰੱਬ ਦੇ ਘਰ ਵੀ ਜਾਣ ਤੋਂ ਕੋਈ ਰੋਕ ਨਹੀਂ ਸਕੇਗਾ। ਸਤਿਗੁਰੂ ਮਹਾਰਾਜ ਨੇ ਇਹਨਾਂ ਪਾਵਨ ਸ਼ਲੋਕਾਂ ਅੰਦਰ ਜੋ ਰਹਿਮਤ ਕੀਤੀ ਕਿ ਇੱਕ ਫਿੱਕਾ ਨਾ ਗਾਲਾਏ, ਇੱਕ ਵੀ ਫਿੱਕਾ ਬੋਲ ਨਾ ਬੋਲੀ, ਸਭਨਾ ਮੈਂ ਸੱਚਾ ਧਣੀ। ਸਾਰਿਆਂ ਦੇ ਹਿਰਦੇ ਅੰਦਰ ਉਹ ਨਿਰੰਕਾਰ ਪਰਮਾਤਮਾ ਵਾਹਿਗੁਰੂ ਵਸਦਾ ਹੈ। ਹਿਆਵ ਨਾ ਕਹੀ ਠਾਏ, ਕਿਸੇ ਦਾ ਹਿਰਦਾ ਨਾ ਢਾਈ, ਕਿਸੇ ਦੇ ਹਿਰਦੇ ਨੂੰ ਨਾ ਦੁਖਾਈ। ਮਾਣਕ ਸਭ ਅਮੁੱਲ ਵੇ, ਇਹ ਸਾਰੇ ਹੀ ਮਾਣਕ ਜਿਹੜੇ ਨੇ, ਭਾਵ ਕੇ ਜੀਵ ਜਿਹੜੇ ਨੇ, ਇਹ ਬੜੇ ਅਮੁੱਲਕ ਨੇ। ਇਹ ਸਾਰੇ ਰੱਬ ਦੇ ਰੂਪ ਨੇ, ਸਾਰਿਆਂ ਅੰਦਰ ਪਰਮਾਤਮਾ ਵਸਦਾ ਹੈ। ਸਭਨਾ ਮਨ ਮਾਣਕ, ਸਾਰਿਆਂ ਦੇ ਮਨ ਦੇ ਅੰਦਰ ਮਾਣਕ ਹੈ। ਠਾਹਣ ਮੂਲ ਮਚਾਂਗਵਾ, ਠਾਹ ਨਾ ਕਿਸੇ ਦਾ ਹਿਰਦਾ ਨਾ ਦੁਖਾ, ਇਹ ਚੰਗੀ ਬਾਤ ਨਹੀਂ ਹੈ। ਜੇ ਤੋ ਪ੍ਰਿਆਂ ਦੀ ਸਿੱਖ, ਜੇ ਪ੍ਰਭੂ ਨੂੰ ਮਿਲਣ ਦੀ ਤੇਰੇ ਹਿਰਦੇ ਅੰਦਰ ਸਿੱਖ ਹੈ, ਤਾਂਗ ਹੈ, ਹਿਆਉ ਨਾ ਠਾਹੇ ਕਹੀ ਦਾ, ਕਿਸੇ ਦਾ ਹਿਰਦਾ ਨਾ ਢਾ। ਸਤਿਗੁਰ ਮਹਾਰਾਜ ਆਖਦੇ ਕਿਉਂਕਿ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸਾਰਿਆਂ ਅੰਦਰ ਪਰਮਾਤਮਾ ਦੀ ਜੋਤ ਹੈ, ਸਾਰਿਆਂ ਅੰਦਰ ਨਿਰੰਕਾਰ ਵਸਦਾ ਹੈ। ਪਰ ਮੈਂ ਦੇਖ ਰਿਹਾ ਪਿਛਲੇ ਦਿਨੀ ਹੀ
ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੁੰਦੀ ਹੈ। ਮਹਾਰਾਜ ਦੇ ਪਾਵਨ ਸਰੂਪਾਂ ਨੂੰ ਫਾੜ ਕੇ ਗਲੀਆਂ ਦੇ ਵਿੱਚ, ਕੱਲ੍ਹ ਦੀ ਵੀ ਘਟਨਾ ਹੈ, ਬੜਾ ਹਿਰਦਾ ਦੁਖਦਾ ਹੈ ਕਿ ਜੋ ਸਰਬ ਸਾਂਝਾ ਉਪਦੇਸ਼ ਹੈ ਉਹ ਕਿਸੇ ਇੱਕ ਧਰਮ ਲਈ ਨਹੀਂ, ਸਰਬ ਸਾਂਝਾ ਉਪਦੇਸ਼ ਸਾਰੇ ਧਰਮਾਂ ਵਾਸਤੇ ਹੈ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਉਹ ਗੁਲਦਸਤੇ ਦੀ ਤਰ੍ਹਾਂ ਨੇ ਜਿਸ ਦੇ ਵਿੱਚ ਸਾਰੇ ਧਰਮਾਂ ਦੇ ਉਹ ਪੀਰ ਫਕੀਰ ਜੋ ਭਗਤ ਸਾਹਿਬਾਨ ਨੇ ਉਹ ਸਾਰੇ ਇਸ ਅੰਦਰ ਮੌਜੂਦ ਨੇ। ਭਾਵੇਂ ਹਿੰਦੂ ਧਰਮ ਦੇ ਹੋਣ, ਭਾਵੇਂ ਇਸਲਾਮ ਧਰਮ ਦੇ ਹੋਣ, ਸਿੱਖ ਧਰਮ ਦੇ ਗੁਰੂ ਸਾਹਿਬਾਨ ਨੇ ਜਾਂ ਕਹਿ ਲਵਾਂ ਗੁਰਸਿੱਖ ਨੇ, ਸਾਰੇ ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਹੈ ਤੇ ਸਰਬ ਸਾਂਝਾ ਉਪਦੇਸ਼ ਹੈ। ਪਰ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਜੋ ਹਾਜ਼ਰ ਨਾਜ਼ਰ ਮਾਲਕ ਦੀ ਪ੍ਰਤੱਖ ਜੋਤ ਹੈ ਉਹਦੇ ਸਰੂਪ ਦੇ ਨਾਲ ਇੰਜ ਕਹਿ ਲਵਾਂ ਬੇਅਦਬੀ ਕਰਕੇ ਕਿਸੇ ਦੇ ਹਿਰਦੇ ਨੂੰ ਦੁਖਾਣਾ, ਔਰ ਕਿਸੇ ਦੇ ਹਿਰਦੇ ਨੂੰ ਦੁਖਾਣਾ ਹੀ ਨਹੀਂ, ਇਹ ਵੱਡਾ ਗੁਨਾਹ ਕਰਕੇ, ਪਾਪ ਕਰਕੇ ਆਪਣੇ ਸਿਰ ਦੇ ਉੱਪਰ ਭਾਰ ਲੈਣ ਵਾਲੀ ਗੱਲ ਹੈ। ਸਤਿਗੁਰ ਮਹਾਰਾਜ ਆਖਦੇ ਨੇ ਕਿ ਸਾਰੀ ਖਲਕਤ ਦੀ ਰਹਿਨੁਮਾਈ ਕਰਦੇ ਨੇ, ਸਾਰੀ ਖਲਕਤ ਨੂੰ ਸੱਚ ਦਾ ਸੁਨੇਹਾ ਦੇਣ ਵਾਲੇ ਨੇ, ਉਹਨਾਂ ਦੀ ਬੇਅਦਬੀ ਹੁੰਦੀ ਹੈ। ਗੁਰੂ ਪਾਤਸ਼ਾਹ ਨੇ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਕਿਹਾ ਹੈ। ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਤੇ ਇਥੋਂ ਤੱਕ ਆਖਦੀ ਹੈ ਕਿ ਵੇਦ ਕਤੇਬ ਕਹੋ ਮਤ ਝੂਠੇ। ਵੇਦ ਤੋਂ ਭਾਵ ਸਨਾਤਨ ਧਰਮ ਦੇ ਧਾਰਮਿਕ ਗ੍ਰੰਥ, ਕਤੇਬ ਤੋਂ ਭਾਵ ਕਤੇਬਾ ਇਸਲਾਮ ਧਰਮ ਦੇ ਧਾਰਮਿਕ ਗ੍ਰੰਥ, ਕਹੋ ਮਤ ਝੂਠੇ, ਉਹਨਾਂ ਨੂੰ ਝੂਠੇ ਨਾ ਆਖੋ। ਝੂਠਾ ਤੇ ਉਹ ਹੈ ਜੋ ਨਾ ਵਿਚਾਰ ਹੈ, ਜੋ ਵਿਚਾਰਦਾ ਨਹੀਂ ਹੈ, ਜੋ ਨਾ ਉਹਦਾ ਉਪਦੇਸ਼ ਆਪਣੇ ਜੀਵਨ ਅੰਦਰ ਧਾਰਨ ਨਹੀਂ ਕਰਦਾ। ਕਿਉਂਕਿ ਅੱਜ ਧਰਮ ਦੇ ਨਾਮ ਦੇ ਉੱਪਰ ਹੀ ਵੰਡੀਆਂ ਪਈਆਂ ਹੋਈਆਂ ਨੇ। ਇੱਕ ਧਰਮ ਵਾਲਾ ਆਪਣੇ ਆਪ ਨੂੰ ਵੱਡਾ ਆਖਵਾਉਂਦਾ ਹੈ, ਦੂਸਰਾ ਆਪਣੇ ਆਪ ਨੂੰ ਆਖਦਾ ਹੈ। ਪਰ ਗੁਰੂ ਸਾਹਿਬ ਨੇ ਗੱਲ ਹੀ ਮੁਕਾਤੀ, ਆਖਣਾ ਕਿ ਕਿਸੇ ਦੇ ਹਿਰਦੇ ਨੂੰ ਨਾ ਦੁਖਾ। ਅੱਜ ਕਿਸਾਨ ਜਿਹੜੇ ਨੇ ਉਹ ਧਰਨੇ ਦੇ ਉੱਪਰ ਬੈਠੇ ਹੋਏ ਨੇ, ਪਰ ਕੇਵਲ ਇੱਕ ਮਨੁੱਖ ਦੀ ਈਗੋ ਕਰਕੇ, ਆਪਣੇ ਹੰਕਾਰ ਕਰਕੇ ਇਤਨੀ ਖਲਕਤ ਅੱਜ ਦੁਖੀ ਬੈਠੀ ਹੋਈ ਹੈ। ਇਤਨੀ ਸਰਦੀ ਦੇ ਸਮੇਂ ਅੰਦਰ ਆਪਣਾ ਘਰ-ਬਾਰ ਪਰਿਵਾਰ ਤਿਆਗ ਕੇ, ਜ਼ਮੀਨਾਂ ਛੋੜ ਕੇ ਸੱਚ ਲਈ ਉਸ ਸੜਕਾਂ ਪਰ ਬੈਠੇ ਹੋਏ ਨੇ, ਪਰ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ। ਕਿਉਂਕਿ ਜਿਹੜੀ ਵੀ ਸਰਕਾਰ ਤਾਕਤ ਦੇ ਹੁੰਦੀ ਹੈ ਉਹ ਸੋਚਦੀ ਹੈ ਕਿ ਜੋ ਅਸੀਂ ਕਰ ਰਹੇ ਹਾਂ ਬਸ ਇਹ ਅਖੀਰ ਹੈ। ਪਰ ਗੁਰੂ ਪਾਤਸ਼ਾਹ ਨੇ ਤੇ ਆਖਿਆ ਕਿ ਕਿਸੇ ਦਾ ਹਿਰਦਾ ਨਾ ਦੁਖਾ। ਇਹ ਤੇ ਆਪਣੇ ਨੇ, ਕੋਈ ਬੇਗਾਨਾ ਵੀ ਹੋਏ ਤੇ ਉਸਦਾ ਵੀ ਹਿਰਦਾ ਨਾ ਦੁਖਾ। ਕਿਉਂਕਿ ਸਾਰਿਆਂ ਅੰਦਰ ਨਿਰੰਕਾਰ ਵਸਦਾ ਹੈ, ਸਾਰਿਆਂ ਅੰਦਰ ਪਰਮਾਤਮਾ ਵਸਦਾ ਹੈ। ਕਬੀਰ ਸਾਹਿਬ ਨੇ ਤਾਂ ਹੀ ਬਾਣੀ ਅੰਦਰ ਕਿਹਾ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜੇ ਆ। ਉਹ ਹਿੰਦੂ ਬਾਅਦ ਵਿੱਚ ਹੈ, ਮੁਸਲਮਾਨ ਬਾਅਦ ਵਿੱਚ ਹੈ, ਜੈਨੀ ਬੋਧੀ ਸਿੱਖ ਬਾਅਦ ਵਿੱਚ ਹੈ। ਪਹਿਲੇ ਤੇ ਪਰਮਾਤਮਾ ਦਾ ਭੇਜਿਆ ਹੋਇਆ ਉਹ ਇਨਸਾਨ ਹੈ। ਤੇ ਗੁਰੂ ਪਾਤਸ਼ਾਹ ਨੇ ਇਹ ਕਿਹਾ ਸੀ ਕਿ ਬੰਦੇ ਬੰਦਗੀ ਇਖਤਿਆਰ। ਇਹ ਨਹੀਂ ਕਿਹਾ ਕਿ ਹਿੰਦੂ ਤੂੰ ਬੰਦਗੀ ਇਖਤਿਆਰ, ਮੁਸਲਮਾਨ ਜਾਂ ਸਿੱਖ ਬੰਦਗੀ ਇਖਤਿਆਰ। ਆਖਣ ਕਿ ਜੇ ਬੰਦਾ ਹੈ ਨਾ ਤੇ ਬੰਦਗੀ ਕਰ। ਪਹਿਲੇ ਮਨੁੱਖ ਇਨਸਾਨ ਹੈ, ਜਿਸ ਨੂੰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਖਦੇ ਨੇ ਪਾਵਨ ਬਾਣੀ ਅੰਦਰ। ਸਤਿਗੁਰ ਆਖਦੇ ਨੇ ਕਿ ਪਹਿਲਾਂ ਤੂੰ ਇਨਸਾਨ ਹੈ, ਆਪਣੀ ਇਨਸਾਨੀਅਤ ਨੂੰ ਦੇਖ, ਸਾਰੀ ਖਲਕਤ ਅੰਦਰ ਤੈਨੂੰ ਰੱਬ ਨਜ਼ਰ ਆਏਗਾ। ਇਸੇ ਗੱਲ ਨੂੰ ਸਤਿਗੁਰ ਬਾਬਾ ਫਰੀਦ ਸਾਹਿਬ ਨੇ ਆਖਿਆ। ਉਹ ਆਖਦੇ ਨੇ ਕਿ ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ। ਇਹ ਕੋਈ ਭਲੀ ਬਾਤ ਨਹੀਂ ਹੈ, ਇਹ ਕੋਈ ਚੰਗੀ ਗੱਲ ਨਹੀਂ ਹੈ। ਜੇ ਤੂੰ ਪਿਰੀਆਂ ਦੀ ਸਿੱਖ, ਜੇ ਪ੍ਰਭੂ ਨੂੰ ਮਿਲਣ ਦੀ ਤੇਰੇ ਅੰਦਰ ਤਾਂਗ ਹੈ ਨਾ, ਹਿਆਉ ਨਾ ਠਾਹੇ ਕਹੀਦਾ, ਫਿਰ ਕਿਸੇ ਦਾ ਹਿਰਦਾ ਨਾ ਦੁਖਾ। ਸਤਿਗੁਰ ਕਿਰਪਾ ਕਰਨ, ਪਾਵਨ ਬਚਨ ਹਿਰਦੇ ਵਸ ਜਾਣ। ਬੋਲਦਿਆਂ ਬੇਅੰਤ ਭੁੱਲਾ ਗੁਰੂ ਸਮਰੱਥ ਹੈ, ਸੰਗਤ ਬਖਸ਼ਣ ਜੋਗ ਹੈ ਜੀ। ਬਖਸ਼ ਦੇਣਾ ਆਖੋ ਪਿਆਰ ਨਾਲ। ਵਾਹਿਗੁਰੂ ਜੀ ਕਾ ਖਾਲਸਾ,